बाहर आता है। तो उस वेले लड़के ने कहा कि महाराज ਇਹਦਾ मतलब दुध च मक्खन हुंदा है, पर दुध चों मक्खन प्रगट करने वास्ते बाहर कढ़ने वास्ते थोड़ी जी युक्ति लड़ानी पैंदी है। राजा कहता हाँ युक्ति लड़ानी पैंदी है, जमाना पैंदा है, रिड़कना पैंदा है दुध नूं, फिर जाके मक्खन मिलता है। तो कहता बस महाराज ये मेरे पहले सवाल का जवाब, ये तुहाडे पहले सवाल का मेरा जवाब, क्योंकि तुसीं पुछया पहला सवाल कि परमात्मा है तो नजर क्यों नहीं आता। तो बस महाराज जिदा दुध च मक्खन है पर नजर नहीं आता। जरा गौर कर, ਹੁਣ ਤੁਸੀਂ ਦੁੱਧ ਦਾ ਗਲਾਸ ਫੜ ਲਓਗੇ ਦੁੱਧ ਤਾਂ ਨਜ਼ਰ ਆਏਗਾ, ਪਰ ਦੁੱਧ ਵਿੱਚ ਛੁਪਿਆ ਹੋਇਆ ਮੱਖਣ ਉਹ ਨਜ਼ਰ ਨਹੀਂ ਆਏਗਾ। ਉਹਨੂੰ ਦੇਖਣ ਵਾਸਤੇ ਥੋੜੀ ਯੁਕਤੀ ਲੜਾਣੀ ਪੈਣੀ ਹੈ, ਥੋੜੀ ਯੁਕਤੀ ਵਰਤਣੀ ਪੈਣੀ ਹੈ, ਫਿਰ ਉਹ ਛੁਪਿਆ ਹੋਇਆ ਮੱਖਣ ਪ੍ਰਗਟ ਹੋਏਗਾ। ਸੋ ਮਹਾਰਾਜ ਇਸੇ ਤਰ੍ਹਾਂ ਦੁਨੀਆ ਦੀ ਹਰ ਸ਼ੈ ਦੇ ਅੰਦਰ, ਦੁਨੀਆ ਦੀ ਹਰ ਚੀਜ਼ ਦੇ ਅੰਦਰ ਪਰਮਾਤਮਾ ਹੈ, ਪਰ ਉਹ ਪਰਮਾਤਮਾ ਇਦਾਂ ਨਜ਼ਰ ਨਹੀਂ ਆਉਂਦਾ। ਉਹਨੂੰ ਦੇਖਣ ਵਾਸਤੇ ਥੋੜੀ ਜਿਹੀ ਯੁਕਤੀ ਦੀ ਲੋੜ ਹੁੰਦੀ ਹੈ, ਕਿਉਂਕਿ ਜਿਸ ਤਰ੍ਹਾਂ ਦੁੱਧ ਨੂੰ ਜਾਗ ਲਾ ਕੇ ਜਮਾਣਾ ਪੈਂਦਾ ਹੈ, ਰਿੜਕਣਾ ਪੈਂਦਾ ਹੈ, ਫਿਰ ਮੱਖਣ ਹੱਥ ਆਉਂਦਾ ਹੈ, ਇਸੇ ਤਰ੍ਹਾਂ ਪਹਿਲਾਂ ਬੰਦੇ ਨੂੰ ਆਪਣੇ ਆਪ ਨੂੰ ਜਾਗ ਲਾਣਾ ਪੈਂਦਾ ਹੈ। ਕਿਉਂਕਿ ਬੁੱਲੇ ਸ਼ਾਹ ਨੇ ਕਿਹਾ ਹੈ ਨਾ, ਸਿਰ ਤੇ ਟੋਪੀ ਤੇ ਨੀਅਤ ਖੋਟੀ, ਲੈਣਾ ਕੀ ਟੋਪੀ ਸਿਰ ਧਰ ਕੇ, ਤਸਬੀਹ ਫਿਰੀ ਪਰ ਮਨ ਨਾ ਫਿਰਿਆ, ਲੈਣਾ ਕੀ ਤਸਬੀਹ ਹੱਥ ਫੜ ਕੇ, ਉਹ ਚਿਲੇ ਕੀਤੇ ਪਰ ਰੱਬ ਨਾ ਮਿਲਿਆ, ਲੈਣਾ ਕੀ ਚਿਲਿਆਂ ਵਿੱਚ ਵੜ ਕੇ, ਉਹ ਬੁੱਲਿਆ ਜਾਗ ਬਿਨਾ ਦੁੱਧ ਨਹੀਂ ਜੰਮਦਾ, ਭਾਵੇਂ ਲਾਲ ਹੋਵੇ ਕੜ ਕੜ ਕੇ। ਜਰਾ ਗੌਰ ਕਰ, ਦੁੱਧ ਨੂੰ ਜਿੰਨਾ ਮਰਜੀ ਕਾਢੀ ਜਾਈਏ ਕੜ ਕੜ ਕੇ ਦੁੱਧ ਸੁੱਕ ਜਾਏਗਾ, ਖਤਮ ਹੋ ਜਾਏਗਾ, ਪਰ ਜੰਮੇਗਾ ਉਦੋਂ ਜਦੋਂ ਉਹਨੂੰ ਜਾਗ ਲਾਵਾਂਗੇ। ਇਸੇ ਤਰ੍ਹਾਂ ਇਨਸਾਨ ਦੀ ਜ਼ਿੰਦਗੀ ਵੀ ਦੁੱਧ ਦੀ ਤਰ੍ਹਾਂ ਹੈ, ਤੁਹਾਡੀ ਜ਼ਿੰਦਗੀ ਵੀ ਦੁੱਧ ਦੀ ਤਰ੍ਹਾਂ ਹੈ, ਜਿਹਦੇ ਅੰਦਰ ਪਰਮਾਤਮਾ ਰੂਪੀ ਮੱਖਣ ਛੁਪਿਆ ਹੋਇਆ ਹੈ। ਬਸ ਜ਼ਰੂਰਤ ਹੈ ਤੁਹਾਨੂੰ ਥੋੜਾ ਜਿਹਾ ਜਾਗ ਲਾਉਣ ਦੀ, ਥੋੜਾ ਜਿਹਾ ਜਾਗ ਲਾਉਣ ਦੀ ਜ਼ਰੂਰਤ ਹੈ। ਜਦੋਂ ਜਾਗ ਲੱਗੇਗਾ ਕਿ ਤੁਹਾਡਾ ਮਨ ਜਿਹੜਾ ਹਰ ਵੇਲੇ ਦੌੜ ਰਿਹਾ ਹੈ, ਚੰਚਲ ਹੈ, ਜਦੋਂ ਇਹ ਚੰਚਲ ਤੋਂ ਨਿਸ਼ਚਲ ਹੋ ਜਾਏਗਾ, ਔਰ ਜਦੋਂ ਫਿਰ ਧਿਆਨ ਦੀ ਵਧਾਣੀ ਨਾਲ ਰਿੜਕੋਗੇ ਤਾਂ ਫਿਰ ਹੀ ਅੰਦਰ ਛੁਪਿਆ ਪਰਮਾਤਮਾ ਪ੍ਰਗਟ ਹੋ ਜਾਏਗਾ। ਇਸ ਲਈ ਜਦੋਂ ਲੜਕੇ ਨੇ ਕਿਹਾ ਮਹਾਰਾਜ ਇਹੀ ਤੁਹਾਡੇ ਸਵਾਲ ਦਾ ਜਵਾਬ ਕਿ ਜਿਹਦਾ ਦੁੱਧ 'ਚ ਮੱਖਣ ਹੈ ਉਹਨੂੰ ਪ੍ਰਾਪਤ ਕਰਨ ਵਾਸਤੇ ਨਜ਼ਰ ਨਹੀਂ ਆਉਂਦਾ, ਪਰ ਹੈ ਉਹਨੂੰ ਪ੍ਰਾਪਤ ਕਰਨ ਵਾਸਤੇ, ਉਹ ਛੁਪੇ ਹੋਏ ਮੱਖਣ ਨੂੰ ਪ੍ਰਾਪਤ ਕਰਨ ਵਾਸਤੇ, ਪ੍ਰਗਟ ਕਰਨ ਵਾਸਤੇ ਸਾਨੂੰ ਯੁਕਤੀ ਦੀ ਲੋੜ ਪੈਂਦੀ ਹੈ। ਇਸੇ ਤਰ੍ਹਾਂ ਇਨਸਾਨ ਦੇ ਅੰਦਰ ਵੀ ਪਰਮਾਤਮਾ ਹੈ, ਔਰ ਇਨਸਾਨ ਦੇ ਅੰਦਰ ਜਾਂ ਹਰ ਸ਼ੈ ਦੇ ਅੰਦਰ ਛੁਪੇ ਹੋਏ ਪਰਮਾਤਮਾ ਨੂੰ ਪ੍ਰਗਟ ਕਰਨ ਵਾਸਤੇ ਵੀ ਯੁਕਤੀ ਦੀ ਲੋੜ ਪੈਂਦੀ ਹੈ, ਫਿਰ ਉਹ ਛੁਪਿਆ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ। ਰਾਜਾ ਬੜਾ ਖੁਸ਼ ਹੋਇਆ, ਕਹਿੰਦਾ ਕਮਾਲ ਦੀ ਗੱਲ ਹੈ, ਤੂੰ ਤਾਂ ਖੇਲ ਚ ਹੀ ਸਵਾਲ ਦਾ ਜਵਾਬ ਬੜਾ ਪਿਆਰਾ ਦੇ ਦਿੱਤਾ ਬੇਟਾ। ਵਾਕਈ ਮੈਂ ਤਾਂ ਤੈਨੂੰ ਨਿਆਣਾ ਸਮਝਦਾ ਸੀ, ਪਰ ਤੂੰ ਤਾਂ ਬੜਾ ਅਕਲਮੰਦ ਹੈ, ਤੂੰ ਤਾਂ ਬੜਾ ਸਮਝਦਾਰ ਹੈ। ਚੱਲ ਬੇਟਾ ਪਹਿਲੇ ਸਵਾਲ ਦਾ ਜਵਾਬ ਮੈਨੂੰ ਮਿਲ ਗਿਆ ਕਿ ਪਰਮਾਤਮਾ ਹੈ ਤਾਂ ਨਜ਼ਰ ਕਿਉਂ ਨਹੀਂ ਆਉਂਦਾ। ਹੁਣ ਪਤਾ ਲੱਗ ਗਿਆ ਮੈਨੂੰ ਕਿ ਉਹਨੂੰ ਦੇਖਣ ਵਾਸਤੇ ਮਨ ਨੂੰ ਜਮਾਣਾ ਪੈਣਾ ਹੈ, ਉਹਨੂੰ ਦੇਖਣ ਵਾਸਤੇ ਗੁਰੂ ਤੋਂ ਯੁਕਤੀ ਲੈ ਕੇ ਮਨ ਨੂੰ ਜਮਾਣਾ ਪੈਂਦਾ ਹੈ, ਫਿਰ ਉਹ ਛੁਪਿਆ ਪ੍ਰਭੂ ਪ੍ਰਗਟ ਹੁੰਦਾ ਹੈ। ਹੁਣ ਦੂਜੇ ਸਵਾਲ ਦਾ ਜਵਾਬ ਦੇ ਕਿ ਅਗਰ ਪਰਮਾਤਮਾ ਹੈ ਤਾਂ ਉਹਦਾ ਮੂੰਹ ਕਿਸ ਤਰਫ ਹੈ, ਉਹਦਾ ਮੂੰਹ ਕਿਹੜੀ ਦਿਸ਼ਾ ਵੱਲ ਹੈ, ਚੜ੍ਹਦੀ ਵੱਲ ਹੈ, ਲਹਿੰਦੀ ਵੱਲ ਹੈ, ਪੂਰਬ ਪੱਛਮ ਉੱਤਰ ਦੱਖਣ, ਕਿੱਧਰ ਹੈ ਪਰਮਾਤਮਾ ਦਾ ਮੂੰਹ। ਤਾਂ ਉਸ ਵੇਲੇ ਨੌਜਵਾਨ ਨੇ ਕਿਹਾ ਕਿ ਮਹਾਰਾਜ ਉਹਦੇ ਵਾਸਤੇ ਇੱਕ ਛੋਟਾ ਜਿਹਾ ਕੰਮ ਕਰਨਾ ਪਏਗਾ, ਇਹ ਦੱਸਣ ਵਾਸਤੇ। ਰਾਜੇ ਨੇ ਕਿਹਾ ਕਰ ਲੈ। ਕਹਿੰਦਾ ਜੀ ਉਹਦੇ ਵਾਸਤੇ ਆ ਜਿੰਨੀਆਂ ਵੀ ਤੁਹਾਡੇ ਦਰਬਾਰ 'ਚ ਮਸ਼ਾਲਾ ਜਗ ਰਹੀਆਂ ਹੈ, ਇਹ ਰੋਸ਼ਨੀਆਂ ਨੂੰ ਬੰਦ ਕਰਨਾ ਪਏਗਾ। ਰਾਜਾ ਕਹਿੰਦਾ ਹੁਣੇ ਕਰਵਾ ਦਿੰਦੇ। ਰਾਜੇ ਨੇ ਸੈਨਿਕਾਂ ਨੂੰ ਕਿਹਾ ਦੇਖਦਿਆਂ ਮਸ਼ਾਲਾ ਬੰਦ ਹੋ ਗਈਆਂ, ਕਿਉਂਕਿ ਦਰਬਾਰ ਬੰਦ ਸੀ, ਇਸ ਲਈ ਅੰਧੇਰਾ ਹੋ ਗਿਆ। ਥੋੜੀ ਰੋਸ਼ਨੀ ਹੈ, ਜਿੰਨੀ ਕੁ ਖਿੜਕੀਆਂ ਦੇ ਜ਼ਰੀਏ ਆ ਸਕਦੀ, ਉੱਦਾਂ ਅੰਧੇਰਾ ਹੋ ਗਿਆ। ਰਾਜਾ ਕਹਿੰਦਾ ਲੈ ਅੰਧੇਰਾ ਹੋ ਗਿਆ, ਹੁਣ ਦੱਸ। ਤਾਂ ਉਸ ਵੇਲੇ ਲੜਕੇ ਨੇ ਇੱਕ ਮੋਮਬੱਤੀ ਕੱਢੀ, ਇੱਕ ਕੈਂਡਲ ਕੱਢੀ ਆਪਣੀ ਜੇਬ ਚੋਂ, ਔਰ ਦਰਬਾਰ ਤੇ ਗੱਭੇ ਰੱਖ ਕੇ ਉਹਨੂੰ ਜਗਾ ਦਿੱਤਾ। ਜਦੋਂ ਕੈਂਡਲ ਜਗੀ ਤਾਂ ਉਹਦੀ ਰੋਸ਼ਨੀ ਚਾਰੋਂ ਪਾਸੇ ਫੈਲ ਗਈ। ਤਾਂ ਉਸ ਵੇਲੇ ਲੜਕੇ ਨੇ ਕੀ ਕਿਹਾ ਰਾਜੇ ਨੂੰ ਕਿ ਮਹਾਰਾਜ ਇਸ ਵੇਲੇ ਤੁਸੀਂ ਮੈਨੂੰ ਇੰਨੀ ਗੱਲ ਦਾ ਜਵਾਬ ਦੇ ਦਿਓ ਕਿ ਆਹ ਜੋ ਮੋਮਬੱਤੀ ਜਗ ਰਹੀ ਹੈ, ਇਹਦਾ ਪ੍ਰਕਾਸ਼, ਇਹਦਾ ਮੂੰਹ, ਇਹ ਪ੍ਰਕਾਸ਼ ਦਾ ਮੂੰਹ ਕਿਹੜੀ ਤਰਫ ਹੈ। ਤਾਂ ਰਾਜੇ ਨੇ ਕਿਹਾ ਪ੍ਰਕਾਸ਼ ਤਾਂ ਚਾਰੋਂ ਤਰਫ ਹੀ ਹੈ ਵੀ, ਕਿਉਂਕਿ ਤੁਸੀਂ ਮੋਮਬੱਤੀ ਜਗਾਓਗੇ ਤਾਂ ਪ੍ਰਕਾਸ਼ ਚਾਰੋਂ ਤਰਫ ਹੀ ਫੈਲੇਗਾ। ਇਹ ਤਾਂ ਹੈ ਨਹੀਂ ਕਿ ਇੱਕ ਪਾਸੇ ਮੂੰਹ ਹੋਏਗਾ ਪ੍ਰਕਾਸ਼ ਦਾ, ਦੂਜੇ ਪਾਸੇ ਅੰਧੇਰਾ ਹੋਏਗਾ। ਪ੍ਰਕਾਸ਼ ਚਾਰੋਂ ਪਾਸੇ ਫੈਲੇਗਾ।
तो राजा कहता पुत ये किदां दी गल है, ये प्रकाश तो चारों पासे फैल रहा है। लड़के ने कहा फिर भी पूर्व वाल ज्यादा है, पश्चिम वाल ज्यादा है, उत्तर वाल ज्यादा है, दक्षिण वाल ज्यादा है, किधर नूं ज्यादा है? तो राजा कहता चारों पासे ही है, जिन्ना इधर है उन्ना उधर है, जिन्ना उधर है उन्ना इधर है, यानी चारों पासे ही बराबर। क्योंकि ये तो हो नहीं सकता कि मोमबत्ती गब्बे वाली होवे तो इधर नूं ज्यादा जावे उधर नूं घट जावे। ये तुसीं कदी घर दे कमरे दे गब्बे मोमबत्ती रख के जगा के देख ले, जिन्ना प्रकाश इधर नूं जाएगा उन्ना ही हो नहीं जाएगा, उन्ना ही चारों पासे जाएगा। तो उसले राजे ने कहा बेटा ये किदां दी गल कर रहे हैं, कोई प्रकाश का भी मुंह हुंदा है, जिधर नूं होना है इन्हां पूरा ही होना है, या नहीं होना तो नहीं होना, होना है तो पूरा ही होना है, क्योंकि ये तो चारों तरफ ही है। तो उस वेले लड़के ने कहा बस महाराज फिर तुहाडे दूजे सवाल का जवाब भी यही है, क्योंकि परमात्मा कोई शख्सियत नहीं है, परमात्मा कोई शरीर च नहीं है कि एक पासे मुंह करके बैठा हुए, परमात्मा भी प्रकाश रूप है। और परमात्मा जिन्ना चढ़ते है उन्ना ही लैंदे है, जिन्ना उत्तर है उन्ना ही दक्षिण है, परमात्मा चारों तरफ इस प्रकाश की तरह समाया हुआ है। जरा गौर कर, क्योंकि कहते हैं ना कि हिंदुआ दा रब चढ़ते पासे, हिंदू हमेशा चढ़ते वालों मुंह करके प्रार्थना करते हैं, फरियाद करते हैं, दुआ करते हैं। इसलिए क्या है हिंदुआ दा रब चढ़ते पासे ते मुसलमाना दा लहंदे। मुसलमान जब भी नमाज पढ़ते हैं लहंदी वालों मुंह करके नमाज पढ़ते हैं, वो जब भी दुआ करते हैं तो लहंदी वालों मुंह करके दुआ करते हैं। जरा हम गौर करना, हिंदुआ दा रब चढ़ते पासे है, मुसलमाना दा रब लहंदे पासे है, तो ऐसी कौन? जरा गौर करना, जे तो तुहाडे चों कोई हिंदू बैठा कोई मुसलमान बैठा है तो फिर तुहाडा रब चढ़दे या लहंदे हो सकता है। पर जे तुसी रब दे आशिक बैठे हो, रब नाल प्रेम करने वाले बैठे हो, तो फिर तुहाडा रब कित्थे है? जरा सुन लो, हिंदुआं दा रब चढ़दे पासे, मुसलमानां दा लहंदे, आशिकां दा रब चार सुफेरे, ना चढ़दे ना लहंदे। जेड़े रब दे आशिक है, परमात्मा नाल प्रेम करने वाले है, उन्हां दा रब कोई इन्ना छोटा नहीं है कि चढ़दी वाली है, उन्होंने रब कोई इन्ना छोटा नहीं है कि लहंदी वाली है। क्योंकि रब कोई गेंद नहीं है कि उन्होंने कमरे के चढ़ते पासे रख दिता या लहंदे पासे रख दिता तो कहना गेंद उत्थे पई है। नहीं, रब कोई वस्तु नहीं है कि जिन्होंने असीं कह दी एक पासे रब है। परमात्मा तो वो अनंत प्रकाश है, परमात्मा तो परमानंद है, कहीं जिधर भी देखिए वही है। जिस तरफ देखा मुकामे हूँ नजर आया मुझे, जिस तरफ देखा मुकामे हूँ नजर आया मुझे, कुछ नजर आया ना फिर जब तू नजर आया मुझे। गौर कर, जिसले एक बार उस परमात्मा की प्रभु की झलक मिल जाती है फिर तो बंदा कहता हूं तेरे तो सिवा है ही कुछ नहीं, हूं तो जिधर देखते हैं तू ही तू है, अंदर तू ते बाहर तू, रोम रोम विच तू, कहे हुसैन फकीर साईं दा मैं नाही बस तू। क्योंकि शाह हुसैन एक फकीर होए, उन्होंने कहा कि हम अंदर भी तू ही है तो बाहर भी तू ही है, हूं तो मेरे रोम रोम में है मेरे मालिक तू ही है, हूं तो जिधर भी देखा उधर तू ही तू नजर आता, तेरे तो सिवा है ही कुछ नहीं। इसलिए हिंदुआं दा रब चढ़दे पासे, मुसलमानां दा लहंदे, आशिकां दा रब चार सुफेरे, ना चढ़दे ना लहंदे। उन्होंने ना चढ़दे ना मतलब है, ना लहंदे ना मतलब है, वो तो कहते जिधर मुंह करके बह जाओ उधर ही साडा भगवान है, साडा रब है, साडा मालिक है। इसलिए जो नौजवान ने गल कही तो राजा बड़ा खुश होया, कहता ठीक है बेटा तेरा दूजे सवाल का जवाब भी तू बहुत सोहना दिता कि वाकई परमात्मा प्रकाश रूप है जो हर तरफ जगा दी हो गई मिसाला। क्या बादशाह ने तो देखदे दरबार च दोबारा रोशनी हो गई। तो उसले बादशाह ने कहा, राजे ने कहा बेटा दो सवालों का जवाब तू बहुत वधिया दिता, हुण मेरे आखिरी सवाल का जवाब भी दे दे। इधर मंत्री भी खुश हो रहा कि शुक्र है मेरे बेटे ने मेरी इज्जत रख ली, क्योंकि जो बच्चा कोई चंगा काम करे तो बाप नूं मान जा होंदा, छाती कहते सीना चौड़ा हो जाता कि मेरा बच्चा कोई चंगा कर रहा है। बाप ही खुश हो रहा, जिथे पहला घबरा रहा सी खुश हो रहा है और मन ही मन शाबाश दे रहा कि शाबाश मेरे बेटे मेरी इज्जत रख ली, शाबाश मेरे बेटे तू मेरे नाम ऊंचा कर दिता। बोलो समझ दो कि नहीं? क्योंकि जो औलाद कुछ चंगा करे तो बाप नूं लगता मेरा सिर उच्चा कर दिता। हुण नत्थू लाल की गल याद आ गई उच्चे तो कि नत्थू लाल हमेशा इल्ता करता सी, हमेशा स्कूल च फेल होके आंदा सी। एक दिन बाप ने गुस्से च कहा मैनूं शर्म आती है कि तू मेरा बेटा है। नत्थू लाल कहता पिता जी शर्म क्यों आती है? कहता मैनूं शर्म आती, तू कोई चंगा काम कीता, कोई ऐदा दा काम
ਕੰਮ ਤੂੰ ਕੀਤਾ ਕਿ ਮੇਰਾ ਸਿਰ ਉੱਚਾ ਕੀਤਾ ਹੋਵੇ, ਮੇਰਾ ਸਿਰ ਉੱਚਾ ਹੋਇਆ ਹੋਵੇ, ਜਾਂ ਮੇਰੇ ਨਾਮ ਨੂੰ ਰੋਸ਼ਨ ਕੀਤਾ ਹੋਵੇ? ਕਦੀ ਤੂੰ ਇਦਾਂ ਦਾ ਕੰਮ ਕੀਤਾ? ਉਹ ਨੱਥੂ ਲਾਲ ਕਹਿੰਦਾ ਲੈ ਪਿਤਾ ਜੀ ਭੁੱਲ ਗਏ, ਮੈਂ ਤੁਹਾਡੇ ਸਿਰ ਨੂੰ ਵੀ ਉੱਚਾ ਕੀਤਾ ਸੀ ਤਾਂ ਤੁਹਾਡੇ ਨਾਮ ਨੂੰ ਵੀ ਰੋਸ਼ਨ ਕੀਤਾ। ਬਾਪ ਕਹਿੰਦਾ ਕਦੋਂ? ਕਹਿੰਦਾ ਭੁੱਲ ਗਏ, ਤਾਂ 2 ਦਿਨ ਪਹਿਲਾਂ ਜਦੋਂ ਤੁਸੀਂ ਲੇਟੇ ਹੋਏ ਸੀ ਤਾਂ ਮੈਂ ਤੁਹਾਡੇ ਸਿਰ ਥੱਲੇ ਸਰਾਣਾ ਦਿੱਤਾ ਸੀ, ਸਰਾਣਾ ਦਿੱਤਾ ਸੀ, ਤੁਹਾਡਾ ਸਿਰ ਉੱਚਾ ਹੋ ਗਿਆ ਤਾਂ ਤੁਸੀਂ ਭੁੱਲ ਗਏ। ਆ ਬਾਹਰ ਤੁਹਾਡੀ ਨਾਮ ਦੀ ਜਿਹੜੀ ਪਲੇਟ ਲੱਗੀ ਹੋਈ ਹੈ ਨਾ, ਉਹਦੇ ਉੱਪਰਲਾ ਬੱਲਬ ਫਿਊਜ਼ ਹੋ ਗਿਆ ਸੀ ਤਾਂ ਮੈਂ ਉੱਤੇ ਬੱਲਬ ਲਾਇਆ ਤਾਂ ਰੋਸ਼ਨੀ ਹੋ ਗਈ। ਤੁਹਾਡੇ ਨਾਮ ਨੂੰ ਰੋਸ਼ਨ ਵੀ ਕੀਤਾ ਤੇ ਤੁਹਾਡੇ ਸਿਰ ਨੂੰ ਉੱਚਾ ਵੀ ਕੀਤਾ। ਹੁਣ ਗੱਲ ਤਾਂ ਕਹਿਣ ਦੀ, ਪਰ ਦੇਖਿਓ ਕਿਤੇ ਤੁਸੀਂ ਏਦਾਂ ਨਾ ਕਰਿਓ। ਉੱਚਾ ਕਰਨਾ ਹੈ ਤਾਂ ਆਪਣੇ ਕਰਮਾਂ ਦਾ ਉੱਚਾ ਕਰੀਏ, ਆਪਣੇ ਅਮਲਾਂ ਦਾ ਉੱਚਾ ਕਰੀਏ, ਆਪਣੇ ਪ੍ਰਮਾਤਮਾ ਦਾ, ਪ੍ਰਭੂ ਦਾ, ਸਤਿਗੁਰ ਦਾ, ਜਾਂ ਆਪਣੇ ਮਾਤਾ ਪਿਤਾ ਦਾ ਨਾਮ। ਜਰਾ ਧਿਆਨ ਦਿਓ। ਇਸ ਲਈ ਮੰਤਰੀ ਖੁਸ਼ ਹੋ ਰਿਹਾ ਕਿ ਮੇਰੇ ਬੇਟੇ ਨੇ ਵਾਕਈ ਮੇਰਾ ਨਾਮ ਰੋਸ਼ਨ ਕਰ ਦਿੱਤਾ। ਹੁਣ ਰਾਜੇ ਨੇ ਕਿਹਾ ਬੇਟਾ ਆਖਰੀ ਸਵਾਲ ਦਾ ਜਵਾਬ ਵੀ ਦੇ ਦੇ। 2 ਸਵਾਲ ਦੇ ਜਵਾਬ ਤੂੰ ਬਹੁਤ ਅੱਛੇ ਦਿੱਤੇ। ਹੁਣ ਆਖਰੀ ਸਵਾਲ ਇਹ ਹੈ ਕਿ ਅਗਰ ਪ੍ਰਮਾਤਮਾ ਹੈ ਤਾਂ ਉਹ ਕਰ ਕੀ ਰਿਹਾ? ਅਗਰ ਪ੍ਰਮਾਤਮਾ ਹੈ ਤਾਂ ਕੀ ਕਰ ਰਿਹਾ ਹੈ? ਤਾਂ ਉਸ ਵੇਲੇ ਲੜਕੇ ਨੇ ਕਿਹਾ ਕਿ ਮਹਾਰਾਜ ਮੈਂ ਇਹਦਾ ਜਵਾਬ ਵੀ ਦਊਂਗਾ, ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਚਾਹੁੰਦਾ। ਰਾਜੇ ਨੇ ਕਿਹਾ ਪੁੱਛ, ਕੀ ਪੁੱਛਣਾ? ਮਹਾਰਾਜ ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਸਵਾਲ ਕਰਨ ਵਾਲਾ ਬੜਾ ਹੁੰਦਾ ਹੈ ਜਾਂ ਜਵਾਬ ਦੇਣ ਵਾਲਾ ਬੜਾ ਹੁੰਦਾ ਹੈ? ਸਵਾਲ ਪੁੱਛਣ ਵਾਲਾ ਬੜਾ ਹੁੰਦਾ ਹੈ ਜਾਂ ਜਵਾਬ ਦੇਣ ਵਾਲਾ ਬੜਾ ਹੁੰਦਾ ਹੈ? ਉਸ ਲਈ ਰਾਜੇ ਨੇ ਕਿਹਾ ਬੇਟਾ ਹਮੇਸ਼ਾ ਗੱਲ ਹੈ ਕਿ ਹਮੇਸ਼ਾ ਜਿਹੜਾ ਛੋਟਾ ਹੋਵੇ ਉਹ ਪੁੱਛਦਾ ਹੈ ਤਾਂ ਜਿਹੜਾ ਬੜਾ ਹੋਵੇ ਉਹ ਜਵਾਬ ਦਿੰਦਾ ਹੈ। ਤਾਂ ਉਸ ਵੇਲੇ ਲੜਕੇ ਨੇ ਕਿਹਾ ਮਹਾਰਾਜ ਇਹਦਾ ਮਤਲਬ ਤੁਸੀਂ ਸਵਾਲ ਪੁੱਛ ਰਹੇ ਹੋ, ਤੁਸੀਂ ਛੋਟੇ ਹੋ, ਮੈਂ ਜਵਾਬ ਦੇ ਰਿਹਾ ਤਾਂ ਮੈਂ ਬੜਾ ਹਾਂ। ਰਾਜੇ ਨੇ ਕਿਹਾ ਹਾਂ ਇਸ ਵੇਲੇ ਤਾਂ ਇਹੀ ਹੈ ਕਿ ਮੈਂ ਪੁੱਛ ਰਿਹਾ, ਮੈਂ ਛੋਟਾ, ਤੂੰ ਜਵਾਬ ਦੇ ਰਿਹਾ ਬੜਾ। ਤਾਂ ਮਹਾਰਾਜ ਫਿਰ ਇੱਕ ਗੱਲ ਦੱਸੋ, ਮੈਂ ਬੜਾ ਹੋ ਕੇ ਇੱਥੇ ਜ਼ਮੀਨ ਤੇ ਬੈਠਾ ਹਾਂ ਤਾਂ ਤੁਸੀਂ ਛੋਟੇ ਹੋ ਕੇ ਸਿੰਘਾਸਨ ਤੇ ਬੈਠੇ ਹੋ। ਇਹ ਸ਼ਰਮ ਦੀ ਗੱਲ ਹੈ। ਇਸ ਕਰਕੇ ਜੇ ਤੀਜੇ ਸਵਾਲ ਦਾ ਜਵਾਬ ਚਾਹੀਦਾ ਹੈ ਤਾਂ ਤੁਹਾਨੂੰ ਮੇਰੀ ਜਗ੍ਹਾ ਆਉਣਾ ਪਏਗਾ ਔਰ ਮੈਨੂੰ ਤੁਹਾਡੀ ਜਗ੍ਹਾ। ਇਸ ਲਈ ਤੁਸੀਂ ਇੱਥੇ ਖੜੋ ਤਾਂ ਮੈਂ ਸਿੰਘਾਸਨ ਤੇ ਬੈਠੂ, ਫਿਰ ਜਵਾਬ ਦਊਂ। ਰਾਜੇ ਨੇ ਕਿਹਾ ਚਲੋ ਇੱਕ ਬੱਚਾ ਹੈ, ਨਾਲੇ ਉਹਦਾ ਵੀ ਸਵਾਲ ਦਾ ਜਵਾਬ ਲੈਣਾ ਹੈ। ਜੇ ਥੋੜੀ ਦੇਰ ਵਾਸਤੇ ਇਹਨੂੰ ਸਿੰਘਾਸਨ ਤੇ ਬਿਠਾ ਵੀ ਦੇਵਾਂ ਔਰ ਆਪ ਆ ਕੇ ਥੱਲੇ ਬੈਠ ਵੀ ਜਾਵਾਂ ਤਾਂ ਮੇਰਾ ਕੀ ਵਿਗੜ ਜਾਣਾ ਹੈ? ਰਾਜਾ ਤਾਂ ਮੈਂ ਰਹਿਣਾ ਹੀ ਹੈ ਔਰ ਮੈਨੂੰ ਜਵਾਬ ਵੀ ਮਿਲ ਜਾਏਗਾ। ਨਾਲੇ ਕੋਈ ਬੜਾ ਆਦਮੀ ਹੁੰਦਾ ਤਾਂ ਗੁੱਸੇ ਦੀ ਗੱਲ ਸੀ ਨਾ, ਹੈ ਹੀ ਬੱਚਾ, ਬੱਚੇ ਦੀ ਗੱਲ ਦਾ ਕੀ ਦੱਸਾਂ। ਇਸ ਲਈ ਰਾਜੇ ਨੇ ਕਿਹਾ ਠੀਕ ਹੈ ਬੇਟਾ, ਮੈਂ ਛੋਟਾ ਹੈ, ਜਵਾਬ ਲੈਣਾ ਹੈ, ਤੂੰ ਬੜਾ ਹੈ, ਜਵਾਬ ਦੇਣਾ ਹੈ, ਇਸ ਲਈ ਤੂੰ ਸਿੰਘਾਸਨ ਤੇ ਬਹਿ ਜਾ, ਮੈਂ ਥੱਲੇ ਖੜ ਜਾਂਦਾ ਹਾਂ। ਇੱਕ ਸਵਾਲ ਦੀ ਤਾਂ ਗੱਲ ਹੈ। ਕਹਿੰਦਾ ਫਿਰ ਆ ਜਾਓ। ਕਹਿੰਦੇ ਰਾਜਾ ਸਿੰਘਾਸਨ ਤੋਂ ਉਤਰਿਆ ਔਰ ਥੱਲੇ ਆ ਕੇ ਬੈਠ ਗਿਆ ਜਿੱਥੇ ਵਜ਼ੀਰ ਦਾ ਲੜਕਾ ਬੈਠਾ ਸੀ, ਔਰ ਵਜ਼ੀਰ ਦਾ ਲੜਕਾ ਉੱਠਿਆ ਔਰ ਉੱਠ ਕੇ ਰਾਜੇ ਦੇ ਸਿੰਘਾਸਨ ਤੇ ਬਹਿ ਗਿਆ ਔਰ ਬੈਠ ਕੇ ਕਹਿਣ ਲੱਗਾ ਹਾਂ ਮਹਾਰਾਜ ਹੁਣ ਤੀਜਾ ਸਵਾਲ ਪੁੱਛੋ, ਹੁਣ ਤੀਜਾ ਸਵਾਲ ਪੁੱਛੋ ਕੀ ਹੈ? ਰਾਜੇ ਨੇ ਕਿਹਾ ਤੀਜਾ ਸਵਾਲ ਇਹ ਹੈ ਕਿ ਅਗਰ ਪ੍ਰਮਾਤਮਾ ਹੈ ਤਾਂ ਕਰ ਕੀ ਰਿਹਾ ਹੈ? ਅਗਰ ਪ੍ਰਮਾਤਮਾ ਹੈ ਤਾਂ ਕਰ ਕੀ ਰਿਹਾ ਹੈ? ਕੀ ਕਰ ਰਿਹਾ ਹੈ ਪ੍ਰਮਾਤਮਾ? ਤਾਂ ਉਸਲੇ ਲੜਕੇ ਨੇ ਹੱਸ ਕੇ ਕਿਹਾ ਮਹਾਰਾਜ ਹਾਲੇ ਵੀ ਨਹੀਂ ਸਮਝੇ, ਹਾਲੇ ਵੀ ਨਹੀਂ ਸਮਝੇ। ਇਹੀ ਤਾਂ ਪ੍ਰਮਾਤਮਾ ਕਰਦੇ ਆ, ਜਿਹੜੇ ਥੱਲੇ ਆ ਉਹਨਾਂ ਨੂੰ ਉੱਪਰ ਭੇਜ ਰਿਹਾ ਤੇ ਜਿਹੜੇ ਉੱਪਰ ਬੈਠੇ ਆ ਉਹਨਾਂ ਨੂੰ ਥੱਲੇ ਲਿਆ ਰਿਹਾ। ਇਹੀ ਤਾਂ ਪ੍ਰਮਾਤਮਾ ਕਰ ਰਿਹਾ। ਇਸ ਲਈ ਕਹਿੰਦੇ ਆ ਜਦ ਉੱਚੀ ਜਗ੍ਹਾ ਬੈਠੇ ਆ ਨਾ, ਕਦੀ ਮਾਣ ਨਾ ਕਰੀਏ, ਕਦੀ ਅਹੰਕਾਰ ਨਾ ਕਰੀਏ, ਕਿਉਂਕਿ ਪ੍ਰਮਾਤਮਾ ਦੀ ਮੌਜ ਦਾ ਪਤਾ ਨਹੀਂ ਹੈ। ਕਹਿੰਦੇ ਆ ਨਾ ਕਿ ਕੀੜੀ ਕੋ ਕੁੰਜਰ ਕਰੇ, ਕੁੰਜਰ ਕੀੜੀ ਹੋਏ। ਜਰਾ ਗੌਰ ਕਰਨਾ, ਉਹ ਚਾਹਵੇ ਤਾਂ ਇੱਕ ਕੀੜੀ ਨੂੰ ਕੁੰਜਰ ਜਾਨੀ ਹਾਥੀ ਬਣਾ ਸਕਦਾ ਹੈ ਔਰ ਚਾਹਵੇ ਤਾਂ ਇੱਕ ਹਾਥੀ ਨੂੰ ਕੀੜੀ ਬਣਾ ਸਕਦਾ ਹੈ, ਕਿਉਂਕਿ ਉਹਦੀ ਕਰਨੀ ਨੂੰ ਕੋਈ ਰੋਕ ਨਹੀਂ ਸਕਦਾ। ਇਸ ਲਈ ਕਹਿੰਦੇ ਜੇ ਪ੍ਰਮਾਤਮਾ ਉੱਚੀ ਜਗ੍ਹਾ ਬਿਠਾਉਂਦਾ ਹੈ ਜਾਂ ਮਾਣ ਦਵਾਉਂਦਾ ਹੈ ਜਾਂ ਪ੍ਰਮਾਤਮਾ ਸਾਨੂੰ ਕੋਈ ਜ਼ਿੰਦਗੀ 'ਚ ਤਰੱਕੀ ਦਿੰਦਾ ਹੈ ਤਾਂ ਕਦੀ ਮਾਣ ਨਾ ਕਰੋ, ਕਿਉਂਕਿ ਜੇ ਮਾਣ ਕਰਾਂਗੇ ਤਾਂ ਪਤਾ ਨਹੀਂ ਕਿਹੜੇ ਵੇਲੇ ਉਹਨਾਂ ਸਾਨੂੰ ਥੱਲੇ ਸੁੱਟ ਦੇਣਾ। ਇੱਕ ਬਹੁਤ ਸੱਚੀ ਘਟਨਾ ਸਪੇਨ ਦੇਸ਼ ਦੀ ਹੈ, ਅੱਜ ਤੋਂ ਕਈ ਸੌ ਸਾਲ ਪਹਿਲਾਂ ਦੀ ਘਟਨਾ ਹੈ। ਉੱਥੇ ਲਿਖਣ ਚਾਹੁੰਦੀ ਹੈ ਕਿ ਸਪੇਨ ਦੇ ਵਿੱਚ ਇੱਕ ਬਹੁਤ ਧਨੀ ਆਦਮੀ ਸੀ, ਇੰਨਾ ਧਨੀ ਆਦਮੀ ਕਿ ਜਿਹਦੇ ਕੋਲ ਪੈਸੇ ਦੀ ਕੋਈ ਕਮੀ ਨਹੀਂ ਸੀ। ਸਮੁੰਦਰੀ ਜਹਾਜ਼ ਉਹਦੇ ਆਪਣੇ ਸੀ, ਉਸ ਵੇਲੇ ਹਾਲੇ ਹਵਾਈ ਜਹਾਜ਼ ਨਹੀਂ ਬਣੇ ਸੀ। ਸਮੁੰਦਰ 'ਚ ਚੱਲਣ ਵਾਲੀਆਂ ਬੇੜੀਆਂ, ਕਸ਼ਤੀਆਂ, ਬੇੜੇ ਆਪਣੇ ਸੀ ਉਹਦੇ। ਕਹਿੰਦੇ ਇੱਕ ਦਿਨ ਆਪਣੇ ਬੇੜੇ ਤੇ ਖੜਾ ਸਮੁੰਦਰ ਦੀ ਸੈਰ ਕਰ ਰਿਹਾ ਹੈ ਤਾਂ ਉਸ ਵੇਲੇ ਇੱਕ ਪੱਤਰਿਕਾ ਲਿਖਣ ਵਾਲਾ ਆਦਮੀ ਉਹਦੇ ਨਾਲ ਸੀ। ਉਹਨਾਂ ਸਵਾਲ ਕੀਤਾ ਕਿ ਤੁਸੀਂ ਇੰਨੇ ਧਨੀ ਹੋ, ਇੰਨੇ ਅਮੀਰ ਹੋ, ਕੀ ਤੁਹਾਨੂੰ ਲੱਗਦਾ ਕਿ ਤੁਹਾਡੇ ਤੇ ਕਦੀ ਗਰੀਬੀ ਆਏਗੀ? ਤਾਂ ਉਹਨਾਂ ਮਾਣ ਨਾਲ ਕੀ ਕਿਹਾ, ਉਸ ਧਨੀ ਆਦਮੀ ਨੇ ਮਾਣ ਨਾਲ ਕੀ ਕਿਹਾ? ਉਹਨਾਂ ਆਪਣੇ ਹੱਥ 'ਚ ਇੱਕ ਅੰਗੂਠੀ ਲਾਈ
एक छल्ला अंगूठी पाई हुई सी अपनी उंगली में, एक अंगूठी लाई अपने हाथ चो छल्ला लाया और बड़ा विशाल समुंदर से, बड़ा विशाल समुंदर सी और वो छल्ला जोर नाल समुंदर में सुटिया और उसनों कहा कि ये छल्ला इस विशाल समुंदर चो मिल सकता है। पत्रकार ने कहा नहीं जी, एडे बड़े सागर में निक्का जिहा छल्ला लभना तो बड़ा औखा है, बड़ा मुश्किल है। बस वो कहते जिदा एडे विशाल सागर विचों ये मेरा छल्ला, मेरी अंगूठी लभनी मुश्किल है, इसी तरह ये मुश्किल है कि मैं गरीब हो जाऊं। इसी तरह नामुमकिन है जिदा एडे बड़े समुद्र विचों ये अंगूठी का मिलना नामुमकिन हो नहीं सकता कि मिल जाए, इसी तरह कभी हो नहीं सकता कि मैं गरीब हो जाऊं। पर कहते वक्त ने ऐसी मार खाधी, वक्त ने ऐसी मार खाधी, वो कुदरत ने अपना जलवा दिखाना सी कि इतना असर होया कि स्पेन के अंदर भूकंप आ गया और भूकंप में सारा कुछ तहस नहस हो गया। कहते सब कुछ होदियां फैक्ट्रियां जो भी सी बड़ा नुकसान होया, बड़ा नुकसान होया और वो सारी जायदाद चली गई। हुण वो गरीब होके बैठा है, गरीबी इन्नी कि एक दिन थोड़े जे पैसे सी कि चलो एक मच्छी खरीद के वो मच्छी को खा लईए। कहते हुण गया दुकान तो मच्छी खरीदी, जदों घर आया मच्छी नूं बनाउण वास्ते जदों चीरिया, जदों मच्छी नूं चीर रिहा सी तो मच्छी दे पेट च ओही छल्ला ओहदे टेबल ते गिर गया, क्योंकि उदों बड़े मान नाल कहा सी कि जिद्दां ये छल्ला मिलना नामुमकिन है ना, इदां ही नामुमकिन है कि मैं गरीब हो जावां। तो कुदरत ने दस दिता कि देख ले एडे बड़े सागर चों तेरा छल्ला मिलना भी मुमकिन हो सकता है, तो एडा धनी भी गरीब हो सकता है, ये कोई नामुमकिन नहीं है, मुमकिन है कि बड़े बड़े राजे भी भिखारी बन सकते हैं। और अज जिन्हां नूं असीं भिखारी कहते हैं, कल नूं कुदरत अपनी कृपा करे, वो नजर होवे मेहर दी, तो कहते ना लख खुशियां पातशाहियां जे सतगुर नजर करे, किते ओदी नजर सवली हो गई तो नीचों ऊंच करे मेरा गोविंद कहूं ते ना गरीब निवाज गुसैया मेरा माथे छतर करे। वो चावे तो गरीबों के सिर से भी सोने के छतर चला दे, वो चावे तो गरीबों को भिखारियों को तख्तां दे राजे बना दे। इसलिए कहते बंदे को कभी मान नहीं करना चाहिए। तो नौजवान ने बिल्कुल सीख किया कि महाराज यही तो परमात्मा कर रहे, जो ऊपर है उन्होंने थले लिया रहे, थले है उन्होंने ऊपर लेके जा रहे हैं। कहते उसलिए राजा उठे और राजे ने उन्होंने अपने गल ना ला लिया और एक गल पूछी कि बेटा एक गल का जवाब दे दे कि जेड़ा सवाल इन्ना औखा सी, जेड़ा सवाल इन्ना औखा सी, जेदा जवाब मैं भी नहीं जानता सी, ये दरबारी भी नहीं जानते सी, ओदा जवाब तू इन्ने सौखे ढंग नाल, इन्ने सहजे प्यारे ढंग नाल दिता, किस तरह तेनू इन्ना ज्ञान कित्थों मिलिया? तो उस वेले उस नौजवान ने कहा महाराज ये ज्ञान मिलिया मैनू मेरे गुरु दे कोल। राजा कहता तेरा गुरु? वो कहते हाँ कि चलो अगर दर्शन करने हैं तो कहते फिर राजा कहता कि ऐसे गुरु के दर्शन मैं भी जरूर करने, कि जे तेरे वर्गे नौजवान अंदर इन्ना ज्ञान भर सकते हैं तो जे साडे वर्गे समझदार उन्होंने चरणों में जुड़नगे तो सानू कितना ज्ञान मिलेगा। कहते कह के राजा भी उस नौजवान के नाल अमीर वजीर सारे संतां दे दर ते पहुंचे और संतां दे चरणों में सिर झुकाए। इसलिए इधर ये शब्द अंदर भी यही चीज दसी गई है कि खलकत दी हर शय विच बंदिया खालिक आप समाया है, तेरे रोम रोम विच वसदा क्यों फेर नजर ना आया है। तेरे रोम रोम विच वो परमात्मा है पर नजर क्यों नहीं आ रहा? वही गल है कि परमात्मा तो है पर नजर क्यों नहीं आ रहा? तो थोड़ी युक्ति की लोड़ है। अगर तुहाडे रोम रोम अंदर परमात्मा है तो नजर क्यों नहीं आ रहा? क्योंकि हाले सानू भी युक्ति की लोड़ है, सानू भी थोड़ा जाग लाने की लोड़ है। वो जाग लगेगा तो फिर ही वो परमात्मा छुपिया हुआ प्रगट होएगा। इसलिए तेरे रोम रोम विच वसदा क्यों फेर नजर ना आया है, तेरे ही करमाने तेरी अख ते पर्दा पाया है। कि तेरे कर्मा ने ही, क्योंकि जो तू कर्म कर रहा है, जिदा तू कम कर रहा है, ये तेरे कम्मा ने तेरी अखां ते ऐसा पर्दा पाया होया है कि तेनू परमात्मा नजर नहीं आता। इसलिए जरा ध्यान देना, अगली लाइन में बड़ा प्यारा दसिया है कि तेरे ही करमाने तेरी अख ते पर्दा पाया है, जे तू देखना चाहता मैनू खुद रब ने इस फरमाया है। जरा ध्यान देना, कहते खुद परमात्मा ने, खुद उस प्रभु ने एक गल कही है कि जे तू देखना चाहता मैनू खुद रब ने
फरमाया है। रब भी कहता है कि जे तू मैनू देखना चाहता है तो फिर की करना पे। परमात्मा खुद कहता